ਐਸਐਸਪੀ ਰੋਪੜ ਨੇ, ਤਹਿਸੀਲਦਾਰ ਨੇ ਜਾਂ ਉੱਥੋਂ ਦੇ ਜ਼ਿਲ੍ਹੇ ਦੇ ਰੋਪੜ ਦੇ ਮਾਈਨਿੰਗ ਅਫਸਰ ਨੇ, ਉਹਨਾਂ ਨੇ ਜਵਾਬ ਕੀ ਦਿੱਤਾ ਹੈ? ਸਾਰੀਆਂ ਜੜ੍ਹਾਂ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਗੜਬੜ ਕਿੱਥੇ ਨਜ਼ਰ ਆਉਂਦੀ ਹੈ ਕਿ ਪਿਛਲੀ ਡੇਟ ਤੇ ਜੱਜ ਸਾਹਿਬ ਨੇ ਐਸਐਸਪੀ ਰੂਪਨਗਰ ਦਾ ਐਫੀਡੇਵਿਟ ਮੰਗਾਇਆ ਸੀਗਾ। ਕਿਉਂ, ਉਹ ਕਾਰਨ ਕੀ ਨੇ ਜਿਨ੍ਹਾਂ ਕਰਕੇ ਜਿਹੜਾ ਮਾਈਨਿੰਗ ਦਾ ਪਰਚਾ ਹੈ ਉਹ ਇੱਕ ਟਿੱਪਰ ਦੇ ਡਰਾਈਵਰ ਔਰ ਜੀਸੀਬੀ ਦੇ ਆਪਰੇਟਰ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਹੈ। ਜਿੱਥੇ ਮਾਈਨਿੰਗ ਹੋ ਰਹੀ ਹੈ ਤੇ ਜਿਹੜਾ ਮਾਫੀਆ ਮਾਈਨਿੰਗ ਦੇ ਪਿੱਛੇ ਹੈ ਉਸ ਤੱਕ ਤੁਸੀਂ ਕਿਉਂ ਨਹੀਂ ਪਹੁੰਚ ਕਰਦੇ? ਉਸ ਤੋਂ ਬਾਅਦ ਐਫੀਡੇਵਿਟ ਪਿਛਲੀ ਡੇਟ ਤੇ ਐਸਐਸਪੀ ਸਾਹਿਬ ਨੇ ਦਿੱਤਾ ਸੀਗਾ, ਜਿਹੜਾ ਕਿ ਕੋਰਟ ਨੇ ਅਸੈਪਟ ਨਹੀਂ ਕੀਤਾ। ਉਹਦੇ ਵਿੱਚ ਇਹੋ ਜੀ ਕਿਹੜੀ ਗੱਲ ਸੀ ਕਿ ਐਸਐਸਪੀ ਦੀ ਗੱਲ ਮੰਨੀ ਨਹੀਂ ਗਈ ਕੋਰਟ 'ਚ? ਜੱਜ ਸਾਹਿਬ ਨੇ ਉਹਦੇ ਦੇਖਿਆ ਕਿ 14 ਐਸੀ ਐਫਆਈਆਰਸ ਨੇ ਜਿਹੜੀਆਂ ਕਿ 1 ਸਾਲ ਪੁਰਾਣੀਆਂ ਵੀ ਨੇ ਵਿੱਚੋਂ ਕੁਝ, ਜਿਸ ਵਿੱਚ ਹੁਣ ਤੱਕ ਪੁਲਿਸ ਇਹ ਨਹੀਂ ਪਤਾ ਲਗਾ ਪਾਈ ਕਿ ਜ਼ਮੀਨ ਦਾ ਮਾਲਕ ਕੌਣ ਹੈ ਜਿੱਥੇ ਇਲੀਗਲ ਮਾਈਨਿੰਗ ਹੋ ਰਹੀ ਸੀ। ਤਹਿਸੀਲਦਾਰ ਨੰਗਲ ਨੂੰ ਵੀ ਬੁਲਾਇਆ ਸੀਗਾ ਵੀ ਜਦੋਂ ਤੁਹਾਨੂੰ ਪੁਲਿਸ ਕੋਈ ਦਿੰਦੀ ਹੈ ਐਪਲੀਕੇਸ਼ਨ ਕਿ ਸਾਨੂੰ ਡਿਮਾਰਕੇਟ ਕਰਕੇ ਦੱਸੋ ਕਿ ਇਹ ਜ਼ਮੀਨ ਕਿਹਦੀ ਹੈ, ਤੁਸੀਂ 1 ਸਾਲ ਦੱਸ ਨਹੀਂ ਪਾਉਂਦੇ ਵੀ ਫਾਲਟ ਕਿਸ ਪਾਰਟ ਤੇ ਹੈ, ਉਸ ਲੇਟ ਦੇ ਕਿਹੜਾ ਆਫੀਸਰ ਰਿਸਪੌਂਸੀਬਲ ਹੈ। ਇਹ ਸਾਰੀ ਡਿਟੇਲਸ ਸੈਪਰੇਟ ਐਫੀਡੇਵਿਟ ਤਹਿਸੀਲਦਾਰ ਦਾ ਵੀ, ਐਸਐਸਪੀ ਰੂਪਨਗਰ ਦਾ ਵੀ ਔਰ ਡਿਸਟ੍ਰਿਕਟ ਮਾਈਨਿੰਗ ਆਫੀਸਰ ਦਾ ਵੀ। ਅਗਰ ਕਿਤੇ ਫਾਲਟ ਪਾਇਆ ਗਿਆ ਤੇ ਜਿਹੜੇ ਆਫੀਸਰਸ ਉਸ ਟਾਈਮ ਤੇ ਪ੍ਰੈਜ਼ੈਂਟ ਸੀਗੇ ਉਹਨਾਂ ਦੀ ਮੈਂ ਈਡੀ ਇਨਵੈਸਟੀਗੇਸ਼ਨ ਵੀ ਮਾਰਕ ਕਰੂੰਗਾ ਤੇ ਉਹਨਾਂ ਦੀ ਪ੍ਰੋਪਰਟੀਜ਼ ਵੀ ਚੈੱਕ ਰਹੇ ਹਾਂ। ਬਿਲਕੁਲ ਇਸ਼ਾਰਾ ਹੋ ਗਿਆ ਜ਼ੁਬਾਨੀ ਰੂਪ ਦੇ ਵਿੱਚ ਜਾਂ ਲਿਖਤੀ 'ਚ ਵੀ ਕਹਿ ਦਿੱਤਾ? ਆਫ ਦੀ ਰਿਕਾਰਡ ਇਸ਼ਾਰਾ ਹੋ ਗਿਆ। ਤੁਸੀਂ ਵੈਸੇ ਕਿਹਾ ਕਿ ਜੱਜ ਸਾਹਿਬ ਨੇ ਵੀ ਕਿਹਾ ਕਿ ਈਡੀ ਦੀ ਜਾਂਚ ਵੀ ਹੋ ਸਕਦੀ ਹੈ ਇਸ ਮਸਲੇ। ਜੇ ਜਾਂਚ ਹੁੰਦੀ ਹੈ ਫਿਰ ਕੌਣ ਟੰਗਿਆ ਜਾ ਸਕਦਾ ਇਸ ਕੇਸ? ਦੇਖੋ, ਜੇ ਮਸਲਾ ਈਡੀ ਤੱਕ ਪਹੁੰਚਦਾ ਫਿਰ ਸਾਰਾ ਦੇਖਿਆ ਜਾਊਗਾ ਕਿ ਮੌਕੇ ਤੇ ਕਿਹੜਾ ਅਫਸਰ ਸੀਗਾ। ਗੈਰ ਕਾਨੂੰਨੀ ਮਸਲੇ ਦੇ ਵਿੱਚ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅਮਨਦੀਪ ਸੈਣੀ ਸਾਡੇ ਨਾਲ ਨੇ। ਅੱਜ ਕੇਸ ਦੇ ਅੰਦਰ ਐਸਐਸਪੀ ਰੋਪੜ ਨੇ, ਤਹਿਸੀਲਦਾਰ ਨੇ ਜਾਂ ਉੱਥੋਂ ਦੇ ਜ਼ਿਲ੍ਹੇ ਦੇ ਰੋਪੜ ਦੇ ਮਾਈਨਿੰਗ ਅਫਸਰ ਨੇ, ਉਹਨਾਂ ਨੇ ਜਵਾਬ ਕੀ ਦਿੱਤਾ ਹੈ? ਕੀ ਕੋਰਟ ਸੰਤੁਸ਼ਟ ਹੋਈ ਵੀ ਹੈ ਜਾਂ ਨਹੀਂ ਹੋਈ ਤੇ ਅਗਲੀਆਂ ਹਦਾਇਤਾਂ ਕੀ ਦਿੱਤੀਆਂ ਗਈਆਂ ਨੇ? ਸਾਰੀ ਗੱਲਬਾਤ ਕਰਾਂਗੇ। ਐਡਵੋਕੇਟ ਨੇ ਅਮਨਦੀਪ ਸੈਣੀ ਜੀ। ਸੈਣੀ ਸਾਹਿਬ, ਤੁਸੀਂ ਇਸ ਕੇਸ ਦੀ ਲੰਮੇ ਸਮੇਂ ਤੋਂ ਪੈਰਵਾਈ ਕਰ ਰਹੇ ਹੋ, ਪਿਛਲੀ ਤਾਰੀਖ ਦੌਰਾਨ ਵੀ ਤੇ ਹੁਣ ਦੀ, ਸਾਰੀਆਂ ਜੜ੍ਹਾਂ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਗੜਬੜ ਕਿੱਥੇ ਨਜ਼ਰ ਆਉਂਦੀ ਹੈ ਕੇਸ? ਪਿਛਲੀ ਡੇਟ ਤੇ ਜੱਜ ਸਾਹਿਬ ਨੇ ਐਸਐਸਪੀ ਰੂਪਨਗਰ ਦਾ ਐਫੀਡੇਵਿਟ ਮੰਗਾਇਆ ਸੀਗਾ ਕਿ ਕਿਉਂ, ਉਹ ਕਾਰਨ ਕੀ ਨੇ ਜਿਨ੍ਹਾਂ ਕਰਕੇ ਜਿਹੜਾ ਮਾਈਨਿੰਗ ਦਾ ਪਰਚਾ ਹੈ ਉਹ ਇੱਕ ਟਿੱਪਰ ਦੇ ਡਰਾਈਵਰ ਔਰ ਜੀਸੀਬੀ ਦੇ ਆਪਰੇਟਰ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਹੈ। ਜਿੱਥੇ ਮਾਈਨਿੰਗ ਹੋ ਰਹੀ ਹੈ ਤੇ ਜਿਹੜਾ ਮਾਫੀਆ ਮਾਈਨਿੰਗ ਦੇ ਪਿੱਛੇ ਹੈ ਉਸ ਤੱਕ ਤੁਸੀਂ ਕਿਉਂ ਨਹੀਂ ਪਹੁੰਚ ਕਰਦੇ? ਤੇ ਉਸ ਤੋਂ ਬਾਅਦ ਐਫੀਡੇਵਿਟ ਪਿਛਲੀ ਡੇਟ ਤੇ ਐਸਐਸਪੀ ਸਾਹਿਬ ਨੇ ਦਿੱਤਾ ਸੀਗਾ, ਜਿਹੜਾ ਕਿ ਕੋਰਟ ਨੇ ਅਸੈਪਟ ਨਹੀਂ ਕੀਤਾ ਹੈ। ਉਹਦੇ ਵਿੱਚ ਇਹੋ ਜੀ ਕਿਹੜੀ ਗੱਲ ਸੀ ਕਿ ਐਸਐਸਪੀ ਦੀ ਗੱਲ ਮੰਨੀ ਨਹੀਂ ਗਈ ਕੋਰਟ 'ਚ? ਉਸ ਜੱਜ ਸਾਹਿਬ ਨੇ ਉਹਦੇ ਦੇਖਿਆ ਕਿ 14 ਐਸੀ ਐਫਆਈਆਰਸ ਨੇ ਜਿਹੜੀਆਂ ਕਿ 1 ਸਾਲ ਪੁਰਾਣੀਆਂ ਵੀ ਨੇ ਵਿੱਚੋਂ ਕੁਝ, ਜਿਸ ਵਿੱਚ ਹੁਣ ਤੱਕ ਪੁਲਿਸ ਇਹ ਨਹੀਂ ਪਤਾ ਲਗਾ ਪਾਈ ਕਿ ਜ਼ਮੀਨ ਦਾ ਮਾਲਕ ਕੌਣ ਹੈ ਜਿੱਥੇ ਇਲੀਗਲ ਮਾਈਨਿੰਗ ਹੋ ਰਹੀ ਸੀ। ਇਸੇ ਕਰਕੇ ਇਸ ਡੇਟ ਤੇ ਜੱਜ ਸਾਹਿਬ ਨੇ ਤਹਿਸੀਲਦਾਰ ਨੰਗਲ ਨੂੰ ਵੀ ਬੁਲਾਇਆ ਸੀਗਾ ਵੀ ਜਦੋਂ ਤੁਹਾਨੂੰ ਪੁਲਿਸ ਕੋਈ ਦਿੰਦੀ ਹੈ ਐਪਲੀਕੇਸ਼ਨ ਕਿ ਸਾਨੂੰ ਡਿਮਾਰਕੇਟ ਕਰਕੇ ਦੱਸੋ ਕਿ ਇਹ ਜ਼ਮੀਨ ਕਿਹਦੀ ਹੈ, ਤੁਸੀਂ 1 ਸਾਲ ਦੱਸ ਨਹੀਂ ਪਾਉਂਦੇ ਵੀ ਫਾਲਟ ਕਿਸ ਪਾਰਟ ਤੇ ਹੈ। ਤੇ ਮਾਈਨਿੰਗ ਆਫੀਸਰ, ਡਿਸਟ੍ਰਿਕਟ ਮਾਈਨਿੰਗ ਆਫੀਸਰ ਵੀ ਅੱਜ ਪ੍ਰੈਜ਼ੈਂਟ ਸੀਗਾ, ਐਸਐਸਪੀ ਰੂਪਨਗਰ ਵੀ ਪ੍ਰੈਜ਼ੈਂਟ ਸੀਗੇ। ਹੁਣ ਨੈਕਸਟ ਡੇਟ 4/10 ਹੈ, 4/10 ਨੂੰ ਦੇਖਦੇ ਹਾਂ ਹੁਣ ਕੀ ਹੁੰਦਾ। ਤੇ ਹੁਣ ਜੱਜ ਸਾਹਿਬ ਨੇ ਕਿਹਾ ਕਿ ਰੂਪਨਗਰ ਡਿਸਟ੍ਰਿਕਟ ਦੀਆਂ ਪਿਛਲੇ ਸਾਲ ਦੀਆਂ ਮਾਈਨਿੰਗ ਦੀਆਂ ਕਿੰਨੀਆਂ ਵੀ ਐਫਆਈਆਰ ਹੋਈ ਦੀਆਂ ਉਹਨਾਂ ਦੀ ਮੈਨੂੰ ਡਿਟੇਲ ਦਿਓ ਤੇ ਉਸ ਐਫਆਈਆਰ 'ਚ ਤੁਸੀਂ ਕਦੋਂ ਰੈਵਨਿਊ ਅਥਾਰਟੀਜ਼ ਨੂੰ ਲਿਖਿਆ ਹੈ ਕਿ ਸਾਨੂੰ ਮਿਣਤੀ ਕਰਕੇ, ਨਿਸ਼ਾਨਦੇਹੀ ਕਰਕੇ ਦੱਸੋ ਕਿ ਇਹ ਜ਼ਮੀਨ ਕਿਸ ਮਾਲਕ ਦੀ ਹੈ ਜਿੱਥੇ ਮਾਈਨਿੰਗ ਹੋਈ ਹੈ। ਤੇ ਅਗਰ ਉਹ ਲੇਟ ਹੈ ਇਨਫੋਰਮੇਸ਼ਨ, ਉਸ ਲੇਟ ਦੇ ਕਿਹੜਾ ਆਫੀਸਰ ਰਿਸਪੌਂਸੀਬਲ ਹੈ। ਇਹ ਸਾਰੀ ਡਿਟੇਲਸ ਸੈਪਰੇਟ ਐਫੀਡੇਵਿਟ ਤਹਿਸੀਲਦਾਰ ਦਾ ਵੀ, ਐਸਐਸਪੀ ਰੂਪਨਗਰ ਦਾ ਵੀ ਔਰ ਡਿਸਟ੍ਰਿਕਟ ਮਾਈਨਿੰਗ ਆਫੀਸਰ ਦਾ ਵੀ ਮੰਗਿਆ ਹੈ। 4/10 ਨੈਕਸਟ ਡੇਟ ਹੈ। ਤੇ ਜੱਜ ਸਾਹਿਬ ਨੇ ਕਲੀਅਰ ਕਰਤਾ ਹੈ ਕਿ ਅਗਰ ਕਿਤੇ ਫਾਲਟ ਪਾਇਆ ਗਿਆ ਤੇ ਜਿਹੜੇ ਆਫੀਸਰਸ ਉਸ ਟਾਈਮ ਤੇ ਪ੍ਰੈਜ਼ੈਂਟ ਸੀਗੇ ਉਹਨਾਂ ਦੀ ਮੈਂ ਈਡੀ ਇਨਵੈਸਟੀਗੇਸ਼ਨ ਵੀ ਮਾਰਕ ਕਰੂੰਗਾ ਤੇ ਉਹਨਾਂ ਦੀ ਪ੍ਰੋਪਰਟੀਜ਼ ਵੀ ਚੈੱਕ ਰਹੇ ਹਾਂ। ਇਹਦਾ ਬਿਲਕੁਲ ਇਸ਼ਾਰਾ ਹੋ ਗਿਆ ਜ਼ੁਬਾਨੀ ਰੂਪ ਦੇ ਵਿੱਚ ਜਾਂ ਲਿਖਤੀ 'ਚ ਵੀ ਕਹਿ ਦਿੱਤਾ? ਆਫ ਦੀ ਰਿਕਾਰਡ ਇਸ਼ਾਰਾ ਹੋ ਗਿਆ, ਲਿਖਤੀ 'ਚ ਅਜੇ ਐਸਾ ਕੁਝ ਨਹੀਂ ਹੈ। ਇਹ ਐਫੀਡੇਵਿਟ ਆਣਗੇ, ਉਸ ਤੋਂ ਬਾਅਦ ਜੱਜ ਸਾਹਿਬ ਅਗਲੀ ਕਾਰਵਾਈ ਜੋ ਹੋਏਗੀ। ਤੁਸੀਂ ਤੇ ਬਹੁਤ ਸਾਰੇ ਕੇਸਾਂ ਨੂੰ ਲੜਿਆ ਵਾਚਿਆ, ਨੇੜਿਓਂ ਹੋਏਗਾ, ਇਸ ਕੇਸ ਦੇ ਵਿੱਚ ਨਜ਼ਰ ਕੀ ਆਉਂਦਾ ਹੈ? ਚਲੋ ਉਹਨਾਂ ਨੇ ਜਵਾਬ ਦੇਣਾ, ਉਹਦੇ ਆਧਾਰ ਦੀ ਆਪਾਂ ਕਹਿ ਸਕਦੇ ਹਾਂ ਕਿ ਸੱਚ ਕੀ ਹੈ, ਗਲਤ ਝੂਠ ਕੀ ਹੈ। ਫਿਰ ਵੀ ਨਜ਼ਰ ਕੀ ਆਉਂਦਾ ਜਿਹੜੇ ਡਰਾਈਵਰ ਨੇ, ਜਿਹੜੇ ਪੀੜਤ ਹੋ ਕੇ ਪਹੁੰਚਦੇ ਨੇ ਕਿ ਸਾਨੂੰ ਤਾਂ ਫੜ ਲਿਆ ਜਾਂਦਾ ਹੈ, ਵੱਡੇ ਮਗਰਮੱਛ ਸੁੱਕੇ ਦੇ ਸੁੱਕੇ ਰਹਿ ਜਾਂਦੇ। ਹੁਣ ਇਸ ਕੇਸ ਤੋਂ ਬਾਅਦ ਮੇਰੇ ਹਿਸਾਬ ਨਾਲ ਤਾਂ ਜਿਹੜੇ ਟਿੱਪਰ ਡਰਾਈਵਰ ਤੇ ਜੀਸੀਬੀ ਆਪਰੇਟਰਸ ਨੇ, ਗਰੀਬ ਲੋਕ ਜਿਨ੍ਹਾਂ ਤੇ ਪਰਚਾ ਦਰਜ ਕਰਕੇ ਪਰਚਾ ਉੱਥੇ ਹੀ ਬੰਦ ਕਰ ਦਿੱਤਾ ਜਾਂਦਾ ਸੀਗਾ, ਉਸ ਤੇ ਥੋੜੀ ਜਿਹੀ ਨੱਥ ਪਊਗੀ। ਤੇ ਜਿਹੜੇ ਲੈਂਡ ਮਾਫੀਆ ਹੈ, ਜਿਹੜਾ ਮਾਈਨਿੰਗ ਮਾਫੀਆ ਹੈਗਾ, ਜਿਹੜਾ ਕਿ ਮਾਈਨਿੰਗ ਐਕਚੁਅਲੀ ਕਰ ਰਿਹਾ ਤੇ ਕਰੋੜਾਂ ਰੁਪਏ ਕਮਾ ਰਿਹਾ ਹੈ, ਉਸ ਤੇ ਹੁਣ ਪੁਲਿਸ ਨੂੰ ਸਖਤਾਈ ਦਿਖਾਣੀ ਪਊਗੀ। ਅਦਰਵਾਈਜ਼ ਹਾਈ ਕੋਰਟ ਬਹੁਤ ਸਟ੍ਰਿਕਟ ਹੈ। ਇਹ ਕੇਸ ਦੇ ਵਿੱਚ ਤਾਂ ਚਲੋ ਜ਼ਿਲ੍ਹਾ ਰੋਪੜ ਦੀ ਅਸੀਂ ਗੱਲ ਕਰ ਰਹੇ ਹਾਂ, ਬਾਕੀ ਥਾਵਾਂ ਦੇ ਉੱਤੇ ਵੀ ਤੁਹਾਨੂੰ ਫੋਨ ਕਾਲ ਆਏ ਹੋਣੇ ਜਦੋਂ ਦੀ ਕੇਸ ਪੈਰਵਾਈ ਕਰ ਰਹੇ ਹੋ ਕਿ ਕਿੱਥੇ ਕਿੱਥੇ ਗੈਰ ਕਾਨੂੰਨੀ ਮਾਈਨਿੰਗ ਦਾ ਧੜੱਲੇਦਾਰ ਨਾਲ ਧੰਦਾ ਚੱਲਦਾ ਹੈ। ਹਾਂਜੀ, ਗੁਰਦਾਸਪੁਰ ਡਿਸਟ੍ਰਿਕਟ ਹੈ ਜਿਹੜੀ, ਹੁਸ਼ਿਆਰਪੁਰ ਡਿਸਟ੍ਰਿਕਟ ਹੈ, ਸਾਰੀ ਜਗ੍ਹਾ ਤੋਂ ਹੁਣ ਲੋਕ ਆ ਰਹੇ ਨੇ ਕਿ ਅਸੀਂ ਤਾਂ ਟਿੱਪਰ, ਅਸੀਂ ਤਾਂ 15,000 ਦੀ ਨੌਕਰੀ ਕਰਦੇ ਸੀਗੇ, ਅਸੀਂ ਮਾਈਨਿੰਗ ਨਾਲ ਸਾਨੂੰ ਪਤਾ ਵੀ ਨਹੀਂ ਹੈ, ਸਾਡਾ ਕੰਮ ਤਾਂ ਇੱਥੋਂ ਚੱਕਣਾ ਉੱਥੇ ਲਾ ਦੇਣਾ ਹੈ, ਸਾਡਾ ਮਾਈਨਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਜਿਹੜਾ ਪਰਚਾ ਹੈ ਉਹ ਸਿਰਫ ਮੇਰੇ ਤੇ ਹੀ ਹੈ। ਜਿਹੜਾ ਟਿੱਪਰ ਡਰਾਈਵਰ ਕਹਿ ਰਿਹਾ ਮੈਂ ਹੀ ਕੇਸ ਭੁਗਤ ਰਿਹਾ, ਕੋਈ ਮਾਲਕ ਨਹੀਂ, ਕੋਈ ਕ੍ਰੈਸ਼ਰ ਵਾਲਾ ਨਹੀਂ ਭੁਗਤ ਰਿਹਾ।
ਐਸਐਸਪੀ ਰੋਪੜ ਦੀ ਗੱਲ ਕਰੀਏ ਵਿਵੇਕਸ਼ੀਲ ਸੋਨੀ ਦੀ, ਤੇ ਉਹਨਾਂ ਦੇ ਮਾਫੀਆ ਤੱਕ ਹੱਥ ਪਹੁੰਚੇ ਕਿਉਂ ਨਹੀਂ ਹੈ? ਉਹਦੇ ਤੇ ਕੋਈ ਠੋਸ ਜਵਾਬ ਹੁਣ ਤੱਕ ਕਿਤੇ ਤਾਂ ਦਿੱਤਾ ਹੋਣਾ ਤਰੀਕ 'ਚ ਉਹਨਾਂ ਨੇ। ਐਸਐਸਪੀ ਸਾਹਿਬ ਤਾਂ ਐਕਸਪਲੇਨ ਕਰ ਰਹੇ ਨੇ ਕਿ ਮੇਰੀ ਪੋਸਟਿੰਗ ਤੋਂ ਬਾਅਦ ਮੈਂ ਬਹੁਤ ਕਾਰਵਾਈ ਕੀਤੀ ਹੈ, ਪਰ ਗਰਾਊਂਡ ਲੈਵਲ ਤੇ ਕੁਝ ਐਸਾ ਉਹ ਰਿਟਨ 'ਚ ਨਹੀਂ ਦੇ ਸਕੇ। ਜਿਹੜੇ 14 FIRs ਦਾ ਪਿਛਲੇ ਆਰਡਰ ਵਿੱਚ ਵੇਰਵਾ ਸੀਗਾ, ਉਹਦੇ 'ਚ ਜੱਜ ਸਾਹਿਬ ਨੇ ਕਿਹਾ ਕਿ ਅਗਰ ਤੁਸੀਂ ਐਫਰਟ ਕਰ ਰਹੇ ਹੋ ਤੇ ਇਹ 14 FIR ਤੁਹਾਡੇ ਨੋਟਿਸ 'ਚ ਕਿਉਂ ਨਹੀਂ ਆਈਆਂ, ਜਿਨ੍ਹਾਂ 'ਚ 1 ਸਾਲ ਤੋਂ ਉੱਪਰ ਹੋ ਗਿਆ, ਤੁਹਾਨੂੰ ਤੁਸੀਂ ਨਿਸ਼ਾਨਦੇਹੀ ਕਰਾ ਕੇ ਜ਼ਮੀਨ ਮਾਲਕ ਨਹੀਂ ਲੱਭ ਸਕੇ, ਤੇ ਇਸ ਕਰਕੇ ਸੈਟੀਸਫਾਈ ਨਹੀਂ ਹੈ ਉਹਨਾਂ ਦਾ। ਇਹਦਾ ਮਤਲਬ ਸਾਲ ਜੇ ਇਦਾਂ ਹੀ ਲੱਗ ਗਿਆ ਕਿ ਪਤਾ ਹੀ ਨਾ ਲੱਗਿਆ ਕਿ ਜੜ ਕੀ ਹੈ, ਜ਼ਮੀਨ ਦਾ ਮਾਲਕ ਕੌਣ ਹੈ, ਮਾਫੀਆ ਕੌਣ ਹੈ, ਟਿੱਪਰ ਚਲਾਉਣ ਵਾਲੇ ਕਿਹੜੇ ਨੇ, ਕਿਹਦੇ ਨੇ, ਟਿੱਪਰਾਂ ਦੇ ਮਾਲਕਾਂ ਦਾ ਵੀ ਪਤਾ ਨਹੀਂ ਲੱਗਿਆ ਪੁਲਿਸ ਨੂੰ। ਟਿੱਪਰਾਂ ਦੇ ਮਾਲਕਾਂ ਦਾ ਵੀ ਸਿਰਫ ਡਰਾਈਵਰ ਤੱਕ ਹੋ ਕੇ ਸੀਮਿਤ ਰਹਿ ਜਾਂਦਾ ਸੀ। ਤੇ ਉਹਦੇ ਵਿੱਚ ਹੁਣ ਅੱਗੇ ਸੰਭਾਵਨਾਵਾਂ ਕੀ ਨੇ? ਤੁਸੀਂ ਵੈਸੇ ਕਿਹਾ ਕਿ ਜੱਜ ਸਾਹਿਬ ਨੇ ਵੀ ਕਿਹਾ ਕਿ ਈਡੀ ਦੀ ਜਾਂਚ ਵੀ ਹੋ ਸਕਦੀ ਹੈ ਇਸ ਮਸਲੇ। ਜੇ ਜਾਂਚ ਹੁੰਦੀ ਹੈ ਫਿਰ ਕੌਣ ਟੰਗਿਆ ਜਾ ਸਕਦਾ ਇਸ ਕੇਸ 'ਚ? ਦੇਖੋ, ਜੇ ਮਸਲਾ ਈਡੀ ਤੱਕ ਪਹੁੰਚਦਾ ਫਿਰ ਸਾਰਾ ਦੇਖਿਆ ਜਾਊਗਾ ਕਿ ਮੌਕੇ ਤੇ ਕਿਹੜਾ ਅਫਸਰ ਸੀਗਾ, ਕੀ ਉਹਦੇ ਕੋਲੇ ਪ੍ਰਾਪਰਟੀ ਸੀਗੀਆਂ, ਤੇ ਇਸ ਪੋਸਟਿੰਗ ਤੋਂ ਬਾਅਦ ਕੀ ਬਣਾ ਲਿਆ ਹੈ, ਤੇ ਇਹ ਤਾਂ ਅਗਲੀ ਡੇਟ ਤੇ ਦੇਖੋ ਕੀ ਹੁੰਦਾ ਹੈ। ਅੱਜ ਦੀ ਸੁਣਵਾਈ ਦੇ ਦੌਰਾਨ ਅਗਲੀ 4 ਤਰੀਕ ਤੱਕ 4/10 ਤੱਕ ਕਿੰਨਾ ਕੁ ਰਿਕਾਰਡ ਔਰ ਕਿਹੜੇ ਰਿਕਾਰਡ ਦਾ ਵੇਰਵਾ ਮੰਗਿਆ ਗਿਆ ਐਸਐਸਪੀ ਤੋਂ? ਐਸਐਸਪੀ ਤੋਂ ਸੈਪਰੇਟ ਐਫੀਡੇਵਿਟ ਆਰਡਰ 'ਚ ਲਿਖਿਆ ਆਏਗਾ, ਜੱਜ ਸਾਹਿਬ ਨੇ ਕਲੌਜ਼ ਬਣਾਏ ਨੇ ਕੀ ਉਹਦੇ ਵਿੱਚ ਤੁਸੀਂ ਦੱਸਣਾ ਹੈ। ਤਹਿਸੀਲਦਾਰ ਤੋਂ ਸੈਪਰੇਟ ਐਫੀਡੇਵਿਟ, ਉਹਦੇ 'ਚ ਵੀ ਕਲੌਜ਼ ਬਣਾਏ ਨੇ, ਉਹਨਾਂ ਨੇ ਵੀ ਆਪਣਾ ਦੱਸਣਾ ਹੈ। ਤੇ ਮਾਈਨਿੰਗ ਆਫੀਸਰ ਹੈ ਜਿਹੜਾ ਡਿਸਟ੍ਰਿਕਟ, ਉਹਦਾ ਸੈਪਰੇਟ ਐਫੀਡੇਵਿਟ ਮੰਗਿਆ। 3 ਸੈਪਰੇਟ ਐਫੀਡੇਵਿਟ 'ਚ ਪਿਛਲੇ 1 ਸਾਲ ਦੀ ਸਾਰੀ ਡਿਟੇਲ ਮੰਗੀ ਹੈ ਮਾਈਨਿੰਗ ਤੇ ਦੀ। ਜਿਹੜੇ ਪੀੜਤ ਧਿਰ ਤੁਹਾਡੇ ਜਿਹੜੇ ਕਲਾਇੰਟ ਵੀ ਹੋਣਗੇ, ਉਹ ਜਦੋਂ ਆਏ ਨੇ ਤੇ ਉਹ ਕੀ ਕਹਿੰਦੇ ਨੇ? ਪੋਲੀਟੀਕਲ ਪ੍ਰੈਸ਼ਰ ਕਿੰਨਾ ਕੁ ਰਹਿੰਦਾ ਇਹਨਾਂ ਤੇ? ਦੇਖੋ, ਰਿਕਾਰਡ ਤੇ ਤਾਂ ਕਦੇ ਨਹੀਂ ਆਉਂਦਾ, ਪੋਲੀਟੀਕਲ ਇੰਟਰਫੇਰੈਂਸ ਤਾਂ ਹੈ, ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਵੀ ਪੋਲੀਟੀਕਲ ਔਰ ਪੁਲਿਸ ਦੀ ਇੰਟਰਫੇਰੈਂਸ ਤੋਂ ਬਿਨਾ ਜਿਹੜਾ ਇਹ ਮਾਫੀਆ ਨਹੀਂ ਕੰਮ ਕਰ ਸਕਦਾ। ਤਾਂ ਪੋਲੀਟੀਕਲ ਇੰਟਰਫੇਰੈਂਸ ਤਾਂ ਹੈਗੀ ਹੈ, ਬੜੇ ਲੈਵਲ ਤੇ ਹੈ। ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਐਡਵੋਕੇਟ ਅਮਨਦੀਪ ਸੈਣੀ, ਜਿਨ੍ਹਾਂ ਨੇ ਗੱਲਬਾਤ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਦੇਖਦੇ ਹਾਂ ਹੁਣ ਰੋਪੜ ਦਾ ਪ੍ਰਸ਼ਾਸਨ ਸਣੇ ਐਸਐਸਪੀ ਨੂੰ ਸਾਹਮਣਾ ਕਿਹੜੀ ਮੁਸ਼ਕਲ ਦਾ ਕਰਨਾ ਪੈ ਸਕਦਾ ਹੈ, ਔਰ ਜੇਕਰ ਜਵਾਬ ਨਾ ਦੇ ਸਕੇ ਤੇ ਈਡੀ ਦੀ ਜਾਂਚ ਵੀ ਪੱਕੀ ਹੈ। ਇਸ ਦਾ ਇਸ਼ਾਰਾ ਐਡਵੋਕੇਟ ਨੇ ਕਿਹਾ ਕਿ ਜੱਜ ਸਾਹਿਬ ਨੇ ਕਰ ਦਿੱਤਾ ਹੈ। ਜੇਕਰ ਈਡੀ ਦੀ ਜਾਂਚ ਹੋਗੀ ਤਾਂ ਫਿਰ ਪੁਲਿਸ ਅਫਸਰ ਕੀ, ਤਹਿਸੀਲਦਾਰ ਕੀ, ਮਾਈਨਿੰਗ ਅਫਸਰ ਕੀ, ਸਾਰੇ ਜਿਹੜੇ ਕੜਿੱਕੀ ਦੇ ਵਿੱਚ ਫਸਦੇ ਦਿਖਾਈ ਦੇ ਸਕਦੇ ਨੇ। ਇਸ ਰਿਪੋਰਟ ਦੇ ਵਿੱਚ ਹੈ ਨਾ ਹੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।